Hello everyone, welcome to Victor's Knowledge. This is Chinu Sharma, and today we are going to take up very important MCQs on the topic environment and ecology. ਤੇ ਜਿਹੜੇ questions ਨੇ ਇਹ ਸਾਰੇ exams ਦੇ ਲਈ ਬਹੁਤ ਜ਼ਿਆਦਾ important ਹੈ, ਚਾਹੇ ਉਹ ਪੰਜਾਬ level ਦੇ exam ਹੈ, ਕੋਈ central level ਦੇ exam ਹੈ। So first question is Asiatic lion is protected in। So ਜਿਹੜਾ Asiatic lion ਹੈ ਇੱਕ wild animal ਹੈ, ਇਹ ਕਿਹੜੇ national park ਦੇ ਵਿੱਚ ਇਹਨੂੰ protect ਕੀਤਾ ਗਿਆ। So option A ਹੈ ਕਾਜ਼ੀਰੰਗਾ national park, option B ਗਿਰ national park, option C ਕਾਨਹਾ national park ਜਾਂ ਫਿਰ option D desert national park। ਜਿਹੜਾ question ਹੈ ਇਹ ਕਾਫੀ ਵਾਰੀ exams ਦੇ ਵਿੱਚ repeat ਵੀ ਹੁੰਦਾ ਹੈ। So ਇਹਦਾ right answer ਹੈ option B ਗਿਰ national park। Next, the most biodiversity rich zone in India is। So ਸਭ ਤੋਂ ਜ਼ਿਆਦਾ biodiversity ਜਿੱਥੇ ਜ਼ਿਆਦਾ ਹੈ ਉਹ area ਹੈ option C western Ghat ਦਾ। National Forest Policy was enunciated in। So ਕਿਹੜੇ ਸਾਲ ਦੇ ਵਿੱਚ National Forest Policy ਤਿਆਰ ਕੀਤੀ ਗਈ ਸੀ। So ਇਹਦਾ right answer ਹੈ option D 1988। With rising incident of wild elephants straying into human habitation and causing damage, Gaj Bandhu scheme has been proposed to be launched by the state of। So ਜਿਹੜੇ wild elephants ਨੇ ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਸੀ। ਸੋ ਇਸ ਚੀਜ਼ ਨੂੰ ਰੋਕਣ ਦੇ ਲਈ ਇੱਕ ਸਟੇਟ ਨੇ ਸਕੀਮ ਤਿਆਰ ਕੀਤੀ ਗਜ ਬੰਧੂ ਸਕੀਮ। ਸੋ ਆਪਾਂ ਨੇ ਦੱਸਣਾ ਕਿ ਉਹ ਸਟੇਟ ਦਾ ਨਾਮ ਕੀ ਹੈ। ਸੋ ਉਰੇ ਰਾਈਟ ਆਨਸਰ ਹੈ ਆਪਸ਼ਨ ਸੀ ਓਡੀਸ਼ਾ। Next question alluvial soil ਨੂੰ ਲੈ ਕੇ। Alluvial soil is also known as riverine soil। ਸੋ ਇਹਦਾ ਕਾਰਨ ਕੀ ਹੈ ਆਪਾਂ ਨੇ ਦੱਸਣਾ ਵੀ alluvial soil ਨੂੰ ਆਪਾਂ riverine soil ਕਿਉਂ ਕਹਿੰਦੇ ਆ। ਸੋ ਨੰਬਰ 1 ਇਹ ਜ਼ਿਆਦਾਤਰ river basin ਦੇ areas ਦੇ ਵਿੱਚ ਮਿਲਦੀ ਹੈ। ਨੰਬਰ 2 it has maximum amount of nitrogen। ਨੰਬਰ 3 it is most fertile soil in India। ਸੋ ਇਹਦਾ right answer ਹੈ option C first and third। ਉਰੇ ਸੈਕਿੰਡ ਆਪਸ਼ਨ ਗਲਤ ਹੈ ਕਿਉਂਕਿ ਉਰੇ ਨਾਈਟ੍ਰੋਜਨ ਦੀ ਜਗ੍ਹਾ ਆਉਣਾ ਚਾਹੀਦਾ ਹੈ ਪੋਟਾਸ਼। ਸੋ ਨੈਕਸਟ ਕੁਐਸਚਨ ਹੈ ਲੇਟਰਾਈਟ ਸੋਇਲ ਨੂੰ ਲੈ ਕੇ। ਸੋ ਆਪਾਂ ਨੇ ਦੱਸਣਾ ਵੀ ਇਹ ਤਿੰਨ ਸਟੇਟਮੈਂਟਸ ਦੇ ਵਿੱਚੋਂ ਲੇਟਰਾਈਟ ਸੋਇਲ ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ। ਸੋ ਪਹਿਲੀ ਸਟੇਟਮੈਂਟ ਹੈ they are well developed in Madhya Pradesh, parts of Andhra and Tamil Nadu। Number 2 cotton grow well on these soil। Number 3 these are residual soil formed from basalt and have high specific gravity। ਸੋ ਇਹਦੇ ਵਿੱਚੋਂ ਸਿਰਫ ਤੀਜੀ ਆਪਸ਼ਨ ਸਹੀ ਹੈ। ਸੋ ਇਹਦਾ ਰਾਈਟ ਆਨਸਰ ਹੋਊਗਾ ਆਪਸ਼ਨ ਡੀ। ਪਹਿਲੀ ਇਸ ਲਈ ਗਲਤ ਹੈ ਕਿਉਂਕਿ ਇਹ ਜਿਹੜੇ ਮੇਨ ਪਾਰਟਸ ਦੇ ਵਿੱਚ ਵੈਲ ਡਿਵੈਲਪਡ ਫਾਰਮ ਦੇ ਵਿੱਚ ਮਿਲਦੀ ਹੈ ਉਹ ਹੈ ਸਾਊਥ ਮਹਾਰਾਸ਼ਟਰ ਦਾ ਏਰੀਆ, ਕੁਝ ਪਾਰਟਸ ਕਰਨਾਟਕਾ ਦੇ ਐਂਡ ਕੇਰਲਾ। ਸੋ ਸੈਕੰਡਲੀ ਉਰੇ ਜਿਹੜੀ ਕ੍ਰੌਪ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਗਰੋ ਹੁੰਦੀ ਹੈ ਉਹ ਕਾਟਨ ਨਹੀਂ ਹੈ, that crop is cashew nuts। ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ cashew nuts laterite soil। Next is with reference to NGT National Green Tribunal Act 2010 consider the following statement। ਸੋ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ NGT ਨੂੰ ਲੈ ਕੇ। ਨੰਬਰ 1 Tribunal's dedicated jurisdiction in environmental matter shall provide speedy environmental justice and help reduce the burden of litigation in higher courts। ਸੋ ਜਿਹੜੀਆਂ ਹਾਇਰ ਕੋਰਟਸ ਨੇ ਉਹਨਾਂ ਦੇ ਵਿੱਚ ਜਿਹੜਾ ਲਿਟੀਗੇਸ਼ਨ ਦਾ ਕੇਸਿਸ ਜਾਣ ਦਾ ਬਰਡਨ ਹੈ ਉਹ ਥੋੜਾ ਘਟ ਜੂਗਾ ਕਿਉਂਕਿ ਇਨਵਾਇਰਨਮੈਂਟ ਨੂੰ ਲੈ ਕੇ ਜੇ ਕੋਈ ਇੰਪੋਰਟੈਂਟ ਮੈਟਰ ਹੈ ਤਾਂ ਉਹਨੂੰ ਇਹ ਜਿਹੜਾ ਟ੍ਰਿਬਿਊਨਲ ਹੈ NGT ਦਾ ਉਹ ਪ੍ਰੋਪਰ ਡਿਸੀਜਨ ਦੇ ਸਕਦਾ ਹੈ। ਨੈਕਸਟ ਇਜ਼ ਨਿਊ ਦਿੱਲੀ ਇਹਦੀ ਮੇਨ ਪ੍ਰਿੰਸੀਪਲ ਪਲੇਸ ਹੈ ਜਿੱਥੇ ਟ੍ਰਿਬਿਊਨਲ ਦੀ ਸਿਟਿੰਗ ਹੈ ਇਹ ਬੈਠਦਾ ਹੈ। ਸੋ ਇਹ ਦੋਨੋਂ ਆਪਸ਼ਨ ਹੀ ਬਿਲਕੁਲ ਸਹੀ ਨੇ। ਸੋ ਉਰੇ ਰਾਈਟ ਆਨਸਰ ਹੈ ਆਪਸ਼ਨ ਸੀ both 1 and 2। ਨੈਕਸਟ ਆਪਾਂ ਨੇ ਕੁਐਸਚਨ ਹੈ ਵਨ ਹੌਰਨ ਰਾਈਨੋ ਸੀਰੀਜ਼ ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ। ਨੰਬਰ 1 ਇਹਨਾਂ ਦੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਮਿਲਦੀ ਹੈ। ਨੰਬਰ 2 ਇਹ IUCN ਰੈੱਡ ਲਿਸਟ ਵਿੱਚ ਵਲਨਰੇਬਲ ਕੈਟੇਗਰੀ ਮਤਲਬ ਰਿਸਕ ਉੱਤੇ ਨੇ। ਸੋ ਇਹ ਦੋਨੋਂ ਸਟੇਟਮੈਂਟ ਬਿਲਕੁਲ ਸਹੀ ਨੇ। ਉਰੇ ਰਾਈਟ ਆਨਸਰ ਹੈ ਆਪਸ਼ਨ ਸੀ both 1 and 2। Biological oxygen demand very important question ਕਾਫੀ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੁੰਦਾ ਹੈ ਸਪੈਸ਼ਲੀ ਜਿਹੜੇ ਐਗਜ਼ਾਮ PPSC ਕੰਡਕਟ ਕਰਦੀ ਹੈ ਜਿਵੇਂ ਆਉਣ ਵਾਲਾ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਹੈ ਉਹ ਜਿਹੇ ਐਗਜ਼ਾਮ ਦੇ ਲਈ ਐਵੇਂ ਦੇ ਕੁਐਸਚਨ ਬਹੁਤ ਇੰਪੋਰਟੈਂਟ ਨੇ। ਸੋ biological oxygen demand is a standard criteria for
ਸੋ ਇਹਦੇ ਨਾਲ ਆਪਾਂ ਐਕੁਆਟਿਕ ਇਕੋਸਿਸਟਮ ਦੇ ਵਿੱਚ ਕਿੰਨਾ ਪੋਲਿਊਸ਼ਨ ਦਾ ਸਤਰ ਹੈ ਆਪਾਂ ਉਹ ਮੈਜ਼ਰ ਕਰਦੇ ਹਾਂ। ਸੋ ਪੋਲਿਊਸ਼ਨ ਅਸੈ ਇਨ aquatic ecosystem. Consider the following statement in respect to trade related analysis of flora and fauna in commerce. ਪਹਿਲੀ ਚੀਜ਼ ਤਾਂ ਤੁਸੀਂ ਟ੍ਰੈਫਿਕ ਦੀ ਫੁੱਲ ਫਾਰਮ ਉਰੋਂ ਯਾਦ ਕਰ ਲੈਣੀ ਹੈ। ਸੋ ਟ੍ਰੈਫਿਕ ਨੂੰ ਲੈ ਕੇ ਪਹਿਲੀ ਸਟੇਟਮੈਂਟ ਹੈ ਕਿ ਜਿਹੜਾ ਟ੍ਰੈਫਿਕ ਹੈ ਇਹ UNEP ਦੇ ਅੰਡਰ ਹੈ। ਸੋ ਟ੍ਰੈਫਿਕ is a bureau under UNEP. Number 2, mission is to ensure that trade in wild plant and animal is not a threat to conservation of nature. So ਇਹਦਾ ਜਿਹੜਾ right answer ਹੈ ਉਹ ਹੈ option 2B. So option 1 ਗਲਤ ਹੈ ਕਿਉਂਕਿ ਜਿਹੜਾ ਟ੍ਰੈਫਿਕ ਹੈ ਇਹਨੂੰ establish ਕੀਤਾ ਸੀ 1976 ਦੇ ਵਿੱਚ IUCN and WWF ਨੇ। So UNEP ਉਰੇ ਗਲਤ ਹੈ। Next is India Cooling Action Plan ICAP is released by. So ਇਹਦਾ right answer है option number D, ozone cell of the Ministry of Environment, Forest and Climate Change. So ਇਹ ਵੀ ਬਹੁਤ important question है कि ICAP ਨੂੰ कौन release करता है क्योंकि ਇਹਦੇ ਬਾਰੇ Ministry of Environment, Forest, Climate Change हो गया ਇਹ ਕਾਫੀ ਵਾਰੀ news ਦੇ ਵਿੱਚ ਰਹਿੰਦੇ ਆ। ਸੋ ਕਰੰਟ ਅਫੇਅਰ ਦੇ ਵਿੱਚੋਂ ਇਨਵਾਇਰਨਮੈਂਟ ਚੋਂ ਇਸ ਤਰ੍ਹਾਂ ਦੇ ਕੁਐਸਚਨ ਆਉਣ ਦੇ ਬਹੁਤ ਚਾਂਸਸ ਹੁੰਦੇ ਆ। Which of the following correctly explain the term hydroponic? So hydroponic ਦਾ ਮਤਲਬ ਹੈ ਕਿਸੇ ਨਿਊਟ੍ਰੀਐਂਟ ਸੋਲੂਸ਼ਨ ਦੇ ਵਿੱਚ ਪਲਾਂਟ ਨੂੰ ਗਰੋ ਕਰਨਾ completely ਬਿਨਾ soil ਤੋਂ ਬਿਨਾ ਮਿੱਟੀ ਤੋਂ। So growing plants in a nutrient solution in complete absence of soil. Next is as an ecosystem wetland are useful. So wetland किस चीज ਦੇ ਲਈ फायदेमंद ने अपने ecosystem च environment ਵਿੱਚ। So number 1 nutrient recovery ਲਈ, number 2 heavy metals through absorption by plants ਇਹਨਾਂ ਨੂੰ release ਕਰਦੇ ਨੇ, number 3 river ਤੇ ਜਿਹੜਾ flood ਹੈ ਉਹਨੂੰ control ਕਰਕੇ ਰੱਖਦੇ ਨੇ, balance ਬਣਾ ਕੇ ਰੱਖਦੇ ਨੇ। ਸੋ ਇਹ ਤਿੰਨੋਂ ਹੀ option ਬਿਲਕੁਲ ਸਹੀ ਨੇ wetland ਨੂੰ ਲੈ ਕੇ। So next is which among the following World Heritage Site of India is owned by two states? So the right answer is option B, Mountain Railways of India. So Mountain Railways ਉਹ railways ਨੇ ਉਹ lines ਨੇ ਜਿਹੜੀਆਂ ਪਹਾੜਾਂ ਦੇ ਵਿੱਚ ਇੰਡੀਆ ਦੇ ਵਿੱਚ ਚੱਲਦੀਆਂ ਨੇ। ਸੋ ਇਹਦੇ ਅੰਦਰ ਤਿੰਨ ਤਰ੍ਹਾਂ ਦੀਆਂ ਰੇਲਵੇ ਆਉਂਦੀਆਂ ਨੇ। ਇੱਕ ਆਉਂਦੀ ਹੈ ਡਾਰਜਲਿੰਗ ਹਿਮਾਲਯਨ ਰੇਲਵੇ, ਦੂਜੀ ਆਉਂਦੀ ਹੈ ਨੀਲਗਿਰੀ ਮਾਊਂਟੇਨ ਰੇਲਵੇ, ਤੀਜੀ ਆਉਂਦੀ ਹੈ ਕਾਲਕਾ ਸ਼ਿਮਲਾ ਰੇਲਵੇ। ਸੋ ਜਿਹੜੀ ਕਾਲਕਾ ਸ਼ਿਮਲਾ ਰੇਲਵੇ ਹੈ ਇਹ ਦੋ ਸਟੇਟਸ ਤੇ ਓਨ ਕਰਦੀ ਹੈ, ਇੱਕ ਤਾਂ ਹਰਿਆਣਾ, ਦੂਜਾ ਹਿਮਾਚਲ ਪ੍ਰਦੇਸ਼। ਨੈਕਸਟ ਇਜ਼ ਨੈਸ਼ਨਲ ਰਿਵਰ ਕੰਜ਼ਰਵੇਸ਼ਨ ਡਾਇਰੈਕਟੋਰੇਟ ਫੰਕਸ਼ਨਸ ਅੰਡਰ ਵਿਚ ਮਿਨਿਸਟਰੀ। ਸੋ ਇਹਦਾ ਰਾਈਟ ਆਂਸਰ ਹੈ ਆਪਸ਼ਨ ਸੀ, ਮਿਨਿਸਟਰੀ ਆਫ ਇਨਵਾਇਰਨਮੈਂਟ ਐਂਡ ਫੋਰੈਸਟ। ਨੈਕਸਟ ਵੈਰੀ ਇੰਪੋਰਟੈਂਟ ਕੁਐਸਚਨ ਫਰॉम ਇਨਵਾਇਰਨਮੈਂਟ ਟੌਪਿਕ, ਏਜੰਡਾ 21 ਕੀ ਚੀਜ਼ ਹੈ? ਸੋ ਏਜੰਡਾ 21 ਇੱਕ ਇਹੋ ਜਿਹਾ ਏਜੰਡਾ ਹੈ ਜਿਹਦੇ ਅੰਦਰ ਇਨਵਾਇਰਨਮੈਂਟ ਨੂੰ ਕੋਈ ਵੀ ਡੈਮੇਜ ਨਾ ਹੋਵੇ, ਕੋਈ ਵੀ ਡਿਸੀਜ਼ਜ਼ ਵਗੈਰਾ ਹੁੰਦੀਆਂ ਨੇ ਉਹਨਾਂ ਨੂੰ ਰੋਕਣਾ। ਸੋ ਹਰ ਤਰ੍ਹਾਂ ਦੀ ਵਾਤਾਵਰਣ ਦੇ ਉੱਤੇ ਕੋਈ ਵੀ ਮੁਸੀਬਤ ਆਉਂਦੀ ਹੈ ਉਹਨੂੰ ਇਕੱਠੇ ਮਿਲ ਕੇ ਕੋਪ ਅਪ ਕਰਨਾ, ਉਹਦੇ ਲਈ ਜਿਹੜਾ ਏਜੰਡਾ ਇੱਕ ਟਾਰਗੇਟ ਸੈੱਟ ਕੀਤਾ ਹੋਇਆ ਹੈ ਉਹਨੂੰ ਆਪਾਂ ਕਹਿੰਦੇ ਆ ਏਜੰਡਾ 21। So it is an agenda to combat environmental damage, poverty, disease through global cooperation on common interest, mutual needs and shared responsibility. Next is Kigali Agreement किस चीज नाल associated है? Very important. So this is associated with option B, ozone. Objective of environmental impact assessment ਕਾਫੀ ਵਾਰੀ ਇਹ ਨਿਊਜ਼ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਸੋ ਇਹਦਾ ਮੇਨ objective ਹੈ ਕਿ ਜੋ ਵੀ ਆਪਣੇ ਕੋਲ ਨੈਚੁਰਲ ਰਿਸੋਰਸਿਸ ਨੇ ਉਹਨਾਂ ਦਾ ਪ੍ਰੋਪਰ ਯੂਜ਼ ਕਰਨਾ ਤਾਂ ਕਿ ਉਹ ਆਉਣ ਵਾਲੀ ਫਿਊਚਰ ਜਨਰੇਸ਼ਨ ਦੇ ਯੂਜ਼ ਦੇ ਲਈ ਵੀ ਬਚ ਜਾਣ। ਸੋ ਟੂ ਇਨਸ਼ੋਰ ਆਪਟੀਮਲ ਯੂਜ਼ ਆਫ ਨੈਚੁਰਲ ਰਿਸੋਰਸਿਸ ਫॉर ਸਸਟੇਨੇਬਲ ਡਿਵੈਲਪਮੈਂਟ। ਨੈਕਸਟ ਵੈਰੀ ਇੰਪੋਰਟੈਂਟ ਕੁਐਸਚਨ, ਵਰਲਡ ਵਾਈਲਡ ਲਾਈਫ ਡੇ ਇਹ 3 ਮਾਰਚ ਨੂੰ ਮਨਾਇਆ ਜਾਂਦਾ ਹੈ। ਸੋ ਕਿਹੜਾ ਇੱਕ ਮੇਨ ਇਵੈਂਟ ਹੈ ਜਿਹੜਾ ਕਮੈਮੋਰੇਟ ਕਰਦਾ ਇਸ ਦਿਨ ਨੂੰ? ਸੋ ਜਿਹਦੇ ਕਰਕੇ ਦਿਨ ਆਪਾਂ ਸੈਲੀਬ੍ਰੇਟ ਕਰਦੇ ਹਾਂ। ਸੋ ਉਹ ਹੈ ਆਪਸ਼ਨ A, 3 ਮਾਰਚ ਨੂੰ ਸਾਈਨਿੰਗ ਆਫ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਐਂਡੇਂਜਰਡ ਸਪੀਸੀਜ਼ ਜਾਂ ਜਿਹਨੂੰ ਆਪਾਂ ਸਾਈਟਸ ਵੀ ਕਹਿੰਦੇ ਆ। ਸੋ ਇਹ ਸਾਈਨ ਕੀਤੀ ਗਈ ਸੀ।
ਸੋ ਇਹਦੇ ਲਈ ਆਪਾਂ ਵਰਲਡ ਵਾਈਲਡ ਡੇ ਸੈਲੀਬ੍ਰੇਟ ਕਰਦੇ ਹਾਂ। Which animal is considered as national aquatic animal of India? So national aquatic animal है gangetic dolphin option A. Next is National Board for Wildlife ਨੂੰ ਲੈ ਕੇ ਕਿਹੜੀ statement ਸਹੀ ਹੈ? ਸੋ ਇਹਨਾਂ ਦੇ ਵਿੱਚੋਂ ਸਿਰਫ third statement ਸਹੀ ਹੈ ਕਿ National Board for Wildlife ਨੂੰ chair ਕਰਦੇ ਨੇ Prime Minister. Sustainable Development Goal Index is launched by which of the following? Very important, बार repeat होने वाला question है. So ਇਹਦਾ right answer है option B, Sustainable Development Solution Network. Next, acid rain. ਇਹ ਵੀ ਕਾਫੀ ਵਾਰ exam ਵਿੱਚ repeat ਹੁੰਦਾ ਹੈ. Recently ਪੰਜਾਬ state government ਦੇ exam ਵਿੱਚ ਵੀ question ਆਇਆ ਸੀ. So acid rain ਜਿਹੜਾ environment ਦੇ ਕਿਹੜੀਆਂ ਦੋ gases ਨੇ ਜਿਨ੍ਹਾਂ ਦੇ ਕਾਰਨ acid rain ਹੁੰਦੀ ਹੈ? So acid rain is caused by pollution of environment by, so either right answer option D, nitrous oxide and sulfur dioxide. Next, last MCQ है Red Data Book published by IUCN enumerate. So ਇਹਦੇ ਅੰਦਰ ਕੀ ਚੀਜ਼ ਦਿੱਤੀ ਹੁੰਦੀ ਹੈ? So ਇਹਦੀ full form भी बहुत important है, International Union for Conservation of Nature and Natural Resources. So ਇਹਦੇ ਅੰਦਰ ਜੋ ਵੀ threatened plants and animals ਨੇ, ਕੋਈ endangered ਨੇ, vulnerable ਨੇ, extinct ਨੇ, so ਕਿਸੇ ਵੀ ਤਰ੍ਹਾਂ ਦੀ risk category ਵਾਲੇ ਜੋ ਵੀ threatened species ਨੇ ਉਹਨਾਂ ਬਾਰੇ ਇਹਦੇ ਵਿੱਚ ਸਾਰੀ list ਹੁੰਦੀ ਹੈ. So this was all about our today's lecture. I hope you liked the video. Keep supporting Victor's Knowledge. Thank you and good luck.